The show is sponsored by Ashoka Tandoori Range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਪੰਜਾਬ 'ਚ ਕੁਝ ਲੋਕ ਨਹੀਂ ਕਰ ਰਹੇ ਫੇਸ ਮਾਸਕ ਦੀ ਵਰਤੋਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਤਾਈ ਨਿਰਾਸ਼ਾ। ਕਿਉਂ ਚਾਹੁੰਦੇ ਹਨ ਲੋਕ ਖਾਲਿਸਤਾਨ? ਖਹਿਰਾ ਨੇ ਦੱਸਿਆ ਕਾਰਨ। ਬਲਜਿੰਦਰ ਕੌਰ ਨੂੰ ਖਹਿਰਾ ਨੇ ਸੁਣਾਈਆਂ ਖਰੀਆਂ ਕਿਹਾ ਪੰਜਾਬ ਸ਼ੁਰੂ ਤੋਂ ਚੱਲ ਰਿਹਾ ਹੈ ਵਿਤਕਰੇ ਦੀ ਮਾਰ। ਸ਼ਿਵ ਸੈਨਾ ਪੰਜਾਬ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਦੇ ਖਿਲਾਫ ਦਿੱਤਾ ਧਰਨਾ। ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਕੋਲ ਅੱਜ ਨੰਗਾ ਹੋ ਕੇ ਕੀਤਾ ਰੋਸ ਪ੍ਰਦਰਸ਼ਨ। ਕੁਵੈਤ 'ਚ ਫਸੇ ਵੱਡੀ ਗਿਣਤੀ 'ਚ ਭਾਰਤੀ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਕੋਲ ਲਗਾਈ ਗੁਹਾਰ। ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕੀਤੀ ਮੰਗ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਹਤਿਆਤ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਕੁਝ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਜਿਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਰਾਸ਼ਾ ਜਤਾਈ ਗਈ ਹੈ। ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ, ਪਰ ਕੁਝ ਲੋਕਾਂ ਵੱਲੋਂ ਅਜੇ ਵੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਕਿਤੇ ਲੋਕਾਂ ਵੱਲੋਂ ਫੇਸ ਮਾਸਕ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਤੇ ਕਿਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ, ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰ ਕਿਹਾ ਗਿਆ ਹੈ ਕਿ ਉਹਨਾਂ ਨੂੰ ਬੁਰਾ ਲੱਗ ਰਿਹਾ ਹੈ ਕਿ ਲੋਕ ਅਜੇ ਵੀ ਫੇਸ ਮਾਸਕ ਨਹੀਂ ਪਾ ਰਹੇ ਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਰਹੇ ਨੇ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸਰਕਾਰ ਇਕੱਲੇ ਨਹੀਂ ਲੜ ਸਕਦੀ, ਇਸ 'ਚ ਸੂਬੇ ਦੇ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਇੱਕ ਵੀਡੀਓ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ 4600 ਲੋਕਾਂ ਦਾ ਮਾਸਕ ਨਾ ਪਾਉਣ ਕਾਰਨ ਚਲਾਨ ਕੱਟਿਆ ਗਿਆ ਹੈ। ਉਹਨਾਂ ਕਿਹਾ ਹੈ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਕੁਝ ਲੋਕਾਂ ਤੇ ਅਸੀਂ ਕੋਵਿਡ-19 ਕਰਕੇ ਮਾਸਕ ਨਾ ਪਾਉਣ ਤੇ ਹੋਰ ਹਦਾਇਤਾਂ ਦੀ ਪਾਲਣਾ ਨਾ ਕਰਨ ਦਾ ਜੁਰਮਾਨਾ ਲਗਾ ਰਹੇ ਹਾਂ। ਸਰਕਾਰ ਇਕੱਲਿਆਂ ਇਹ ਲੜਾਈ ਨਹੀਂ ਜਿੱਤ ਸਕਦੀ ਤੇ ਮੈਂ ਕੋਵਿਡ-19 ਖਿਲਾਫ ਵਿੱਢੀ ਇਸ ਮੁਹਿੰਮ ਵਿੱਚ ਸਿਰਫ ਤੁਹਾਡਾ ਸਹਿਯੋਗ ਮੰਗ ਰਿਹਾ ਹਾਂ। ਅਗਰ ਤੁਹਾਨੂੰ ਹਲਕਾ ਜਿਹਾ ਵੀ ਫਲੂ ਹੈ ਤਾਂ ਉਸ ਪ੍ਰਤੀ ਲਾਪਰਵਾਹੀ ਨਾ ਵਰਤੋ ਤੇ ਤੁਰੰਤ ਆਪਣੇ ਨੇੜਲੇ ਡਾਕਟਰ ਨੂੰ ਦਿਖਾਓ। ਅਗਰ ਆਪਾਂ ਨੇ ਪੰਜਾਬ ਨੂੰ ਬਚਾਉਣਾ ਹੈ ਤੇ ਅੱਜ ਤੁਹਾਨੂੰ ਇਹ ਕਦਮ ਚੱਕਣੇ ਪੈਣਗੇ ਜਿਹੜੇ ਅਸੀਂ ਦੱਸਦੇ ਆਏ ਹਾਂ ਸ਼ੁਰੂ ਤੋਂ। ਮੈਂ ਨਹੀਂ ਦੱਸ ਰਿਹਾ, ਇਹ ਡਾਕਟਰ ਦੱਸਦੇ ਨੇ, ਜਿਹਦੇ ਨਾਲ ਇਹ ਆਪਾਂ ਕਾਬੂ ਕਰ ਸਕਦੇ ਹਾਂ। ਤੁਹਾਨੂੰ ਪਤਾ ਕੀ ਚੀਜ਼ ਹੈ? ਸੋਸ਼ਲ ਡਿਸਟੈਂਸਿੰਗ ਰੱਖਣਾ, 6 ਫੁੱਟ ਦਾ, ਹੱਥ ਧੋਣੇ, ਮਾਸਕ ਪਾਉਣਾ, ਔਰ ਇਹ ਚੀਜ਼ਾਂ ਬੜੀਆਂ ਸਾਧਾਰਨ ਚੀਜ਼ਾਂ ਨੇ ਪਰ ਕਰਨੀਆਂ ਤੁਹਾਨੂੰ ਪੈਣਗੀਆਂ। ਅਗਰ ਤੁਸੀਂ ਕਰ ਲਓਗੇ ਫਿਰ ਆਪਾਂ ਆਪਣੇ ਸੂਬੇ ਨੂੰ ਬਚਾ ਲਾਂਗੇ, ਤੁਸੀਂ ਆਪਣੇ ਗੁਆਂਢ 'ਚ ਆਪਣੇ ਲੋਕਾਂ ਨੂੰ ਬਚਾ ਲਓਗੇ, ਨਾਲੇ ਆਪਣੇ ਪਰਿਵਾਰ ਨੂੰ ਬਚਾ ਲਓਗੇ। ਬੁਰਾ ਲੱਗਦਾ ਕਿ ਕੱਲ ਦੇ ਦਿਨ 4600 ਬੰਦਿਆਂ ਦਾ ਪੁਲਿਸ ਨੇ ਚਲਾਨ ਕੀਤਾ ਕਿ ਮਾਸਕ ਨਹੀਂ ਪਾਇਆ ਪਬਲਿਕ ਏਰੀਆ 'ਚ। 160 ਬੰਦਿਆਂ ਦੇ ਚਲਾਨ ਹੋਏ ਨੇ ਸ਼ਹਿਰ ਦੇ ਵਿੱਚ ਜਾਂਦੇ ਸੜਕਾਂ ਦੇ ਉੱਪਰ ਥੁੱਕੇ। ਫਿਰ ਕੁਛ ਇਹੋ ਜਿਹੇ ਨੇ ਜਿਹੜੇ ਸੋਸ਼ਲ ਡਿਸਟੈਂਸਿੰਗ ਨਹੀਂ ਰੱਖਦੀ, 20-25 ਇਹ ਹੋ ਗਏ ਸੀ, ਉੱਥੇ ਚਲਾਨ ਕੀਤਾ। ਹੁਣ ਇਹ ਅੱਜ ਸਮਝਣਾ ਕਿ ਆਪਾਂ ਕੰਟਰੋਲ 'ਚ ਰੱਖਿਆ ਹੈ ਕਿ ਆਪਾਂ ਜੋ ਮਰਜ਼ੀ ਕਰ ਲਈਏ ਤੇ ਕੰਟਰੋਲ 'ਚ ਹੀ ਰਹਿਣਾ, ਇਹ ਬਿਲਕੁਲ ਗਲਤ ਬਾਤ ਹੈ। ਕੋਈ ਵੀ ਜ਼ੁਕਾਮ ਹੋਏ ਜਾਂ ਬਦਨ ਦਰਦ ਹੋਏ, जैसे फ्लू हो जाता है, कदे कदे मौसम बदलती है ना तो अपन जुकाम वगैरह हो जाता है। अगर होए कदे ये ना समझो कि आम है कि आम नज़ला हो गया, तुसी जाओ अपने डॉक्टर ਨੂੰ ਮਿਲੋ, ਉਹਨਾਂ ਨੂੰ ਫੈਸਲਾ ਕਰਨ ਦਿਓ ਕਿ ਤੁਹਾਡੇ ਕੀ ਕਿਸ ਕਿਸਮ ਦੀ ਤੁਹਾਨੂੰ ਇਲਾਜ ਉਹਨਾਂ ਨੂੰ ਤੁਹਾਡਾ ਹੋਣਾ ਚਾਹੀਦਾ। ਅਗਰ ਸਮੇਂ ਸਿਰ ਗਏ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਤੁਹਾਡਾ ਇਲਾਜ, ਜੈਸੇ ਇੰਨੇ ਲੋਕ ਸਾਡੇ ਸਮੇਂ ਸਿਰ ਗਏ ਨੇ ਔਰ ਉਹਨਾਂ ਦਾ ਇਲਾਜ ਹੋਇਆ ਔਰ ਉਹ ਠੀਕ ਹੋ ਗਏ ਨੇ ਔਰ ਘਰਾਂ 'ਚ ਵਾਪਸ ਚਲੇ ਗਏ ਨੇ। ਜਿਹੜੇ ਲੋਕ ਦੇਰ ਕਰ ਦਿੰਦੇ ਨੇ ਉੱਥੇ ਫਿਰ ਮੁਸੀਬਤ ਆਉਂਦੀ ਹੈ। ਜ਼ਿਕਰ ਖਾਸ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਇਸ ਦੇ ਵਿਚਕਾਰ ਲੋਕਾਂ ਵੱਲੋਂ ਕੋਰੋਨਾ ਵਾਇਰਸ ਨੂੰ ਸੀਰੀਅਸ ਨਾ ਲੈਂਦੇ ਹੋਏ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਜਿਸ ਤੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਇਹਤਿਆਤ ਵਰਤਣੇ ਚਾਹੀਦੇ ਨੇ। ਬਿਊਰੋ ਰਿਪੋਰਟ।
ਸਾਕਾ ਨੀਲਾਤਾਰਾ ਦੀ ਬਰਸੀ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਤੇ ਸਿਆਸਤ ਖੂਬ ਗਰਮਾਈ ਹੋਈ ਹੈ। ਇਸ ਨੂੰ ਲੈ ਕੇ ਅੱਜ ਸੁਖਪਾਲ ਸਿੰਘ ਖਹਿਰਾ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਵਿਚਾਰ ਇਸ ਗੱਲ ਤੇ ਹੋਣੀ ਚਾਹੀਦੀ ਹੈ ਕਿ ਅਜਿਹੇ ਬਿਆਨ ਦੀ ਨੌਬਤ ਹੀ ਕਿਉਂ ਆਈ ਹੈ। ਸੂਬੇ ਦੀ ਸਿਆਸਤ ਵਿੱਚ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਘਮਾਸਾਨ ਮਚਿਆ ਹੀ ਰਹਿੰਦਾ ਹੈ। ਇਸ ਵਾਰ ਸਾਕਾ ਨੀਲਾਤਾਰਾ ਦੀ ਬਰਸੀ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਸਿਆਸਤ ਗਰਮਾ ਗਈ ਹੈ। ਇਸ ਨੂੰ ਲੈ ਕੇ ਹੁਣ ਸੁਖਪਾਲ ਖਹਿਰਾ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਉਹ ਖਾਲਿਸਤਾਨ ਦੇ ਸਮਰਥਕ ਨਹੀਂ ਹਨ। ਉਹਨਾਂ ਕਿਹਾ ਹੈ ਕਿ ਸਿਆਸਤਦਾਨ ਇਸ ਨੂੰ ਲੈ ਕੇ ਘਬਰਾਹਟ 'ਚ ਆ ਕੇ ਆਪੋ ਆਪਣੇ ਬਿਆਨ ਦੇ ਰਹੇ ਹਨ, ਕਿਉਂਕਿ ਉਹ ਮਨ ਤੋਂ ਸੱਚੀ ਗੱਲ ਨਹੀਂ ਕਹਿ ਰਹੇ। ਇਸ ਮੌਕੇ ਖਹਿਰਾ ਨੇ ਪੰਜਾਬ ਦਾ ਸਾਰਾ ਇਤਿਹਾਸ ਦੁਹਰਾਇਆ ਅਤੇ ਦੱਸਿਆ ਕਿ ਪੰਜਾਬੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵਧੇਰੇ ਕੁਰਬਾਨੀਆਂ ਦਿੱਤੀਆਂ ਗਈਆਂ। 1947 ਦੀ ਵੰਡ ਸਮੇਂ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਖਮਿਆਜ਼ਾ ਭੁਗਤਿਆ। ਖਹਿਰਾ ਨੇ ਦੋਸ਼ ਲਾਇਆ ਕਿ ਸਾਰੇ ਸੂਬਿਆਂ ਨੂੰ ਭਾਸ਼ਾ ਦੇ ਆਧਾਰ ਤੇ ਰਾਜ ਬਣਾਉਣ ਦਾ ਮੌਕਾ ਮਿਲਿਆ, ਪਰ ਪੰਜਾਬੀਆਂ ਤੋਂ ਇਹ ਅਧਿਕਾਰ ਖੋਹ ਲਿਆ ਗਿਆ। ਉਹਨਾਂ ਨਾਲ ਵਿਤਕਰਾ ਕਰਦਿਆਂ ਰਾਜਧਾਨੀ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਦੀ ਬਜਾਏ ਜਿਹੜੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨੇ ਕਦੇ ਵੱਖਰੇ ਰਾਜ ਦੀ ਮੰਗ ਨਹੀਂ ਸੀ ਕੀਤੀ, ਉਹਨਾਂ ਨੂੰ ਵੱਖਰਾ ਰਾਜ ਦਿੱਤਾ ਗਿਆ। ਔਰ ਇਸ ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਦੇ ਨਾਲ ਲੜਾਈ ਚੱਲ ਰਹੀ ਸੀ ਤਾਂ ਇਹਦੇ 'ਚ ਕੋਈ ਅਤਕਥਨੀ ਨਹੀਂ ਗਈ ਕਿ ਸਭ ਤੋਂ ਵੱਡਾ ਯੋਗਦਾਨ ਵੀ ਉਸ ਵਕਤ ਬਹਾਦਰ ਪੰਜਾਬੀਆਂ ਤੇ ਸਿੱਖਾਂ ਨੇ ਪਾਇਆ। ਆਪਾਂ ਭਗਤ ਸਿੰਘ ਹੋਣਾ ਦੀ, ਸੁਖਦੇਵ ਰਾਜਗੁਰੂ ਦੀ ਗੱਲ ਜਾਣਦੇ ਹਾਂ, ਕਰਨੈਲ ਸਿੰਘ ਈਸੂਰੀ ਦੀ ਕੁਰਬਾਨੀ ਜਾਣਦੇ ਹਾਂ। ਕਿੱਥੇ ਗੋਆ, ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰੱਸੇ ਸਿੱਖਾਂ ਨੇ ਤੇ ਪੰਜਾਬੀਆਂ ਨੇ ਚੁੰਮੇ। ਦੂਰ ਦਰਾਡੇ ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ, ਭਾਰਤ ਆਜ਼ਾਦ ਹੋ ਗਿਆ। ਸਾਰੇ ਸੂਬਿਆਂ ਨੂੰ, ਇਹ ਗਿਆਨੀ ਜੀ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਸਾਰੇ ਸੂਬਿਆਂ ਨੂੰ ਆਪਣੀ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾਉਣ ਦਾ ਅਧਿਕਾਰ ਮਿਲ ਗਿਆ। ਚਾਹੇ ਉਹ ਤਾਮਿਲਨਾਡੂ ਸੀ, ਚਾਹੇ ਉਹ ਕੇਰਲਾ ਸੀ, ਚਾਹੇ ਉਹ ਆਂਧਰਾ ਪ੍ਰਦੇਸ਼ ਸੀ। ਪੰਜਾਬ ਨੂੰ ਪੰਜਾਬੀ ਜ਼ੁਬਾਨ ਦੇ ਆਧਾਰ ਦੇ ਉੱਤੇ ਆਪਣਾ ਸੂਬਾ ਨਹੀਂ ਬਣਾਉਣ ਦਿੱਤਾ। ਫਿਰ ਸਾਡੇ ਪੁਰਖਿਆਂ ਨੇ ਮੋਰਚਾ ਲਾਉਣਾ ਪਿਆ, ਜਦੋਜਹਿਦ ਕਰਨੀ ਪਈ, ਕੁਰਬਾਨੀਆਂ ਦੇਣੀਆਂ ਪਈਆਂ। ਬਹੁਤ ਮੁਸ਼ਕਿਲ ਦੇ ਨਾਲ 1966 ਦੇ ਵਿੱਚ ਅੱਜ ਜਿਹੜਾ ਪੰਜਾਬ ਜਿਸ ਸ਼ਕਲ ਵਿੱਚ ਆ ਉਹ ਸਾਨੂੰ ਪੰਜਾਬ ਮਿਲਿਆ, ਪਰ ਮਿਲਿਆ ਲੰਗੜਾ ਲੂਲਾ। ਸਾਡੀ ਰਾਜਧਾਨੀ ਚੰਡੀਗੜ੍ਹ ਸਾਡੇ ਤੋਂ ਬਾਹਰ ਕਰ ਦਿੱਤੀ ਗਈ। ਜਿਸ ਹਰਿਆਣੇ ਨੇ ਕੋਈ ਜਦੋਜਹਿਦ ਨਹੀਂ ਕੀਤੀ, ਕੋਈ ਮੰਗ ਨਹੀਂ ਕੀਤੀ ਸੂਬੇ ਦੀ, ਉਹਨਾਂ ਨੂੰ ਆਟੋਮੈਟਿਕਲੀ ਸੂਬਾ ਮਿਲ ਗਿਆ। ਜਿਸ ਹਿਮਾਚਲ ਪ੍ਰਦੇਸ਼ ਨੇ ਕਦੀ ਸਟੇਟ ਦੀ ਮੰਗ ਨਹੀਂ ਕੀਤੀ, ਉਹਨਾਂ ਨੂੰ ਸ਼ਿਮਲੇ ਦੀ ਰਾਜਧਾਨੀ ਵੀ ਮਿਲ ਗਈ ਤੇ ਉਹਨਾਂ ਨੂੰ ਸੂਬਾ ਵੀ ਮਿਲ ਗਿਆ। ਸਾਡੀ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ। ਔਰ ਇੱਥੇ ਬਸ ਨਹੀਂ, ਛੇਤੀ ਉਸ ਵਕਤ ਦੀ ਭਾਰਤ ਦੀ ਸਰਕਾਰ ਨੇ ਯੂਨੀਲੈਟਰਲੀ ਪਾਣੀਆਂ ਦਾ ਅਵਾਰਡ ਕਰ ਦਿੱਤਾ। ਸਾਡੇ ਦਰਿਆਈ ਪਾਣੀ ਜਿਹੜੇ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਨੂੰ ਛਿੱਕੇ ਤੇ ਟੰਗ ਕੇ ਉਹ ਸਾਰੇ ਪਾਣੀ ਚੱਕ ਕੇ ਬਹੁਤ ਵੱਡੀ ਤਾਦਾਦ 'ਚ ਮਿਲੀਅਨ ਏਕੜ ਫੁੱਟਾਂ ਦੇ ਵਿੱਚ MAF ਦੇ ਵਿੱਚ ਰਾਜਸਥਾਨ ਨੂੰ ਦੇ ਦਿੱਤੇ, ਹਰਿਆਣੇ ਨੂੰ ਦੇ ਦਿੱਤੇ, ਦਿੱਲੀ ਨੂੰ ਦੇ ਦਿੱਤੇ। ਇਹ ਕੋਈ ਛੋਟਾ ਵਿਤਕਰਾ ਨਹੀਂ ਸੀਗਾ। ਇਹ ਸਾਨੂੰ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਸਤੇ ਤੇ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਵਿੱਚ ਆਉਣ ਵਾਸਤੇ ਤੇ ਇਸ ਦੇਸ਼ ਦਾ ਸਾਥ ਦੇਣ ਵਾਸਤੇ, ਇਹਦਾ ਭਵਿੱਖ ਬਣਾਉਣ ਵਾਸਤੇ ਸਾਨੂੰ ਪਹਿਲਾ ਤੋਹਫਾ ਦਿੱਤਾ ਗਿਆ। ਸੁਖਪਾਲ ਖਹਿਰਾ ਨੇ ਦੱਸਿਆ ਕਿ ਇਸ ਵਿਤਕਰੇ ਦੇ ਬਾਵਜੂਦ ਵੀ ਚੀਨ ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿੱਚ ਪੰਜਾਬੀਆਂ ਨੇ ਅੱਗੇ ਹੋ ਕੇ ਭਾਰਤ ਦਾ ਸਾਥ ਦਿੱਤਾ। ਉਹਨਾਂ ਕਿਹਾ ਕਿ ਜਿਸ ਸਮੇਂ 1984 'ਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਸਮੇਂ ਸਭ ਨੂੰ ਇਹ ਪਤਾ ਸੀ ਕਿ ਇਸ ਸਮੇਂ ਸ਼ਹੀਦੀ ਪੁਰਬ ਦੇ ਦਿਨ ਹਨ ਅਤੇ ਵੱਡੀ ਗਿਣਤੀ 'ਚ ਸੰਗਤ ਆਈ ਹੋਵੇਗੀ ਅਤੇ ਸਰਕਾਰ ਇਸ ਲਈ ਹਫ਼ਤੇ ਤੱਕ ਇੰਤਜ਼ਾਰ ਵੀ ਕਰ ਸਕਦੀ ਸੀ। ਪਾਣੀਆਂ ਦੇ ਇਸ ਕਾਣੀ ਵੰਡ ਤੋਂ ਬਾਅਦ, ਇਸ ਵਿਤਕਰੇ ਤੋਂ ਬਾਅਦ ਫਿਰ ਦਰਬਾਰ ਸਾਹਿਬ ਤੇ ਜਿਹੜਾ 1984 'ਚ ਹਮਲਾ ਹੋਇਆ, ਉਹ ਐਕਸੈਸਿਵ ਯੂਜ਼ ਆਫ ਫੋਰਸ ਸੀ। ਸਾਰੀ ਸਰਕਾਰ ਨੂੰ ਪਤਾ ਸੀਗਾ ਕਿ ਉਦੋਂ ਸ਼ਹੀਦੀ ਪੁਰਬ ਚੱਲ ਰਹੇ ਨੇ। ਬਹੁਤ ਵੱਡੀ ਤਾਦਾਦ ਦੇ ਵਿੱਚ ਸ਼ਰਧਾਲੂ, ਸਾਰੇ ਔਰਤਾਂ, ਬੱਚੇ, ਬਜ਼ੁਰਗ ਦਰਬਾਰ ਸਾਹਿਬ ਦੇ ਅੰਦਰ। ਹਫ਼ਤਾ ਵੇਟ ਵੀ ਕਰ ਸਕਦੀ ਸੀ ਸਰਕਾਰ, ਲੇਕਿਨ ਸ਼ਾਇਦ ਐਂ ਲੱਗਦਾ ਕਿ ਉਹਨਾਂ ਨੇ ਉਹੀ ਦਿਨ ਚੁਣੇ ਔਰ ਇੱਕ ਬਹੁਤ ਵੱਡਾ ਤੋਪਾਂ ਤੇ ਟੈਂਕਾਂ ਦੇ ਨਾਲ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। ਅਕਾਲ ਤਖਤ ਸਾਹਿਬ ਤਾਂ ਢੱਟ ਗਿਆ, ਪਰ ਵਿਚਾਰਧਾਰਾ ਨਹੀਂ ਢੱਠੀ। ਸ਼ਾਇਦ ਇਹ ਜਾਣਦੇ ਨਹੀਂ ਗਏ। ਇੱਦਾਂ ਤਾਂ ਫਿਰ ਕਈ ਵਾਰ ਨਸਲਕੁਸ਼ੀ, ਘੱਲੂਘਾਰੇ ਹੋਏ ਸਿੱਖਾਂ ਦੇ, ਮੁਗਲਾਂ ਨੇ, ਅਬਦਾਲੀਆਂ ਨੇ, ਦੁਰਾਨੀਆਂ ਨੇ। ਸਾਡੇ 2 ਵੱਡੇ ਘੱਲੂਘਾਰੇ ਇਤਿਹਾਸ ਵਿੱਚ ਦਰਜ ਨੇ। ਹਜ਼ਾਰਾਂ ਦੀ ਤਾਦਾਦ ਵਿੱਚ ਬੇਗੁਨਾਹ ਬੱਚਿਆਂ ਤੇ ਔਰਤਾਂ ਨੂੰ ਮਾਰਤਾ ਸੀਗਾ, ਪਰ ਇੱਦਾਂ ਤਾਂ ਸਿੱਖ ਨਹੀਂ ਸੀ ਮੁੱਕੇ। ਸੁਖਪਾਲ ਖਹਿਰਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਮੰਗ ਦੀ ਅਜਿਹੀ ਨੌਬਤ ਹੀ ਕਿਉਂ ਆ ਰਹੀ ਹੈ, ਕਿਉਂਕਿ ਜਿਹੜੀ ਕੌਮ ਦੇਸ਼ ਲਈ ਸਭ ਕੁਝ ਕੁਰਬਾਨ ਕਰਦੀ ਹੈ, ਉਹ ਦੇਸ਼ ਦੇ ਲਈ ਮਰ ਮਿਟ ਵੀ ਸਕਦੀ ਹੈ।
ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ ਆ, ਤੁਸੀਂ ਬਾਦਲੀਲ ਦੇਖੋ, ਸਾਡੇ ਨਾਲ ਇੱਕ ਵਿਤਕਰਾ ਦੀ ਦਾਸਤਾਨ ਹੈ। ਮੈਂ ਤਾਂ ਸਿਰਫ ਭਾਰਤ ਸਰਕਾਰ ਤੋਂ ਜਿਹੜੇ ਅੱਜ ਰਾਜ ਕਰਦੇ ਨੇ ਦੇਸ਼ ਵਿੱਚ ਆ, ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ, ਉਹਨਾਂ ਨੂੰ ਸੋਚਣਾ ਚਾਹੀਦਾ ਵਾ ਕਿ ਇਹ ਨੌਬਤ ਕਿਉਂ ਆ ਰਹੀ ਹੈ। ਜਿਹੜੀ ਕੌਮ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਹਿੱਸਾ ਪਾਉਂਦੀ ਹੈ, ਬਾਰਡਰਾਂ ਤੇ ਰਾਖੀ ਕਰਦੀ ਹੈ, ਖੇਡਾਂ ਵਿੱਚ ਸਭ ਤੋਂ ਅੱਗੇ ਜਾਂਦੀ ਹੈ, ਹਰ ਗੱਲ ਵਿੱਚ, ਬਲਕਿ ਮੈਂ ਭੁੱਲ ਚੱਲਿਆ ਸੀਗਾ, ਅਨਾਜ ਵਿੱਚ ਯੋਗਦਾਨ ਪਾਇਆ। ਜਦੋਂ ਸਾਰਾ ਦੇਸ਼ ਭੁੱਖਾ ਸੌਂਦਾ ਸੀ, ਪੰਜਾਬ ਨੇ ਸਾਰੇ ਦੇਸ਼ ਦਾ ਅਨਾਜ ਦਾ ਢਿੱਡ ਭਰਿਆ। ਅੱਜ ਉਹ ਆਪ ਭੁੱਖੇ ਨੇ ਕਿਸਾਨ। ਤੇ ਭਾਰਤ ਸਰਕਾਰ ਨੇ ਕਦੀ ਇਹ ਨਹੀਂ ਸੋਚਿਆ ਕਿ ਜਿਹੜੀ ਕੌਮ ਸਾਡੇ ਲਈ ਲੜਦੀ ਆ, ਜੂਝਦੀ ਆ, ਮਰਦੀ ਆ, ਘਰ ਉਜਾੜ ਕੇ ਆਉਂਦੀ ਆ, ਇਹਨਾਂ ਤੇ ਕੋਈ ਜ਼ਿਆਦਤੀ ਨਹੀਂ ਹੋਣੀ ਚਾਹੀਦੀ, ਇਹਨਾਂ ਦਾ ਧਿਆਨ ਰੱਖਣਾ ਚਾਹੀਦਾ। ਔਰ ਇੱਕ ਕਮਿਟਮੈਂਟ ਸੀਗੀਆਂ ਉਸ ਵਕਤ ਦੇ ਕਾਂਗਰਸ ਦੇ ਲੀਡਰਸ, ਪੰਡਤ ਜਵਾਹਰ ਲਾਲ ਨਹਿਰੂ ਹੋਣਾ ਨੇ ਜਦੋਂ ਸਿੱਖਾਂ ਨੂੰ ਵੂ ਕੀਤਾ, ਸਾਡੀ ਜਿਹੜੀ ਉਸ ਵਕਤ ਦੀ ਲੀਡਰਸ਼ਿਪ ਸੀ ਮਾਸਟਰ ਤਾਰਾ ਸਿੰਘ ਜੀ, ਉਹਨਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀਗਾ ਕਿ ਜੇ ਤੁਸੀਂ ਸਾਡੇ ਨਾਲ ਆਓਗੇ, ਅਸੀਂ ਤੁਹਾਡੀ ਆਰਥਿਕ ਤਰੱਕੀ ਦਾ ਧਿਆਨ ਰੱਖਾਂਗੇ, ਤੁਹਾਡੀ ਧਾਰਮਿਕ ਪਰਪੱਕਤਾ ਤੇ ਆਜ਼ਾਦੀ ਦਾ ਧਿਆਨ ਰੱਖਾਂਗੇ, ਤੇ ਤੁਹਾਨੂੰ ਜਿਹੜਾ ਹੈਗਾ ਇਸ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਊਗਾ। ਤੇ ਆਹ ਮਾਣ ਸਤਿਕਾਰ ਦੀ ਦਾਸਤਾਨ ਤਾਂ ਤੁਹਾਨੂੰ ਮੈਂ ਹੁਣੇ ਹੀ ਗਿਣਾਤੀ, ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ। ਸੁਖਪਾਲ ਖਹਿਰਾ ਨੇ ਇੱਥੇ ਬੋਲਦਿਆਂ ਆਮ ਆਦਮੀ ਪਾਰਟੀ ਦੀ ਸੀਨੀਅਰ ਵਿਧਾਇਕਾ ਬਲਜਿੰਦਰ ਕੌਰ ਦੇ ਬਿਆਨ ਨੂੰ ਵੀ ਲੰਮੇ ਹੱਥੀ ਲਿਆ। ਦੱਸ ਦਈਏ ਕਿ ਬੀਤੇ ਦਿਨੀ ਪੱਤਰਕਾਰਾਂ ਵੱਲੋਂ ਬਲਜਿੰਦਰ ਕੌਰ ਦੇ ਪੁਰਖਿਆਂ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਧਾਇਕਾ ਨੇ ਜਵਾਬ ਦਿੱਤਾ ਸੀ ਕਿ ਜੇਕਰ ਉਹ ਅਜਿਹੇ ਪਰਿਵਾਰ 'ਚ ਪੈਦਾ ਹੋਏ ਹਨ ਤਾਂ ਇਸ ਵਿੱਚ ਉਹਨਾਂ ਦਾ ਕੀ ਕਸੂਰ ਹੈ। ਇੱਕ ਮਿੰਟ ਮੇਰਾ ਇਸ ਨਾਲ ਰਿਲੇਟਡ ਸਵਾਲ ਹੈਗਾ ਪਾਰਟਿਕੂਲਰ ਪ੍ਰੋਫੈਸਰ ਬਲਜਿੰਦਰ ਕੌਰ ਨੂੰ, ਜਿਸ ਦੇ ਪਰਿਵਾਰ ਨੇ ਇਸ ਕੌਜ਼ ਨੂੰ ਲੈ ਕੇ ਸ਼ਹੀਦੀਆਂ ਵੀ ਦਿੱਤੀਆਂ। ਤੁਹਾਡੇ ਪਰਿਵਾਰ ਦੇ ਵਿੱਚੋਂ ਮਤਲਬ ਕਿ ਹੁਣ ਤੱਕ ਇਲਾਕੇ ਦੇ ਲੋਕ ਕਹਿੰਦੇ ਆ ਰਹੇ ਕਿ ਸ਼ਹੀਦ ਵੀ ਹੋਏ। ਕੀ ਮੇਰਾ ਪਰਸਨਲ ਸਵਾਲ ਹੈਗਾ ਬਲਜਿੰਦਰ ਕੌਰ ਨੂੰ, ਬਲਜਿੰਦਰ ਕੌਰ, ਤੁਸੀਂ ਚਾਹੁੰਦੇ ਹੋ ਕਿ ਖਾਲਿਸਤਾਨ ਜੇ ਮਿਲਦਾ ਹੈ ਤਾਂ ਲੈ ਲੈਣਾ ਚਾਹੀਦਾ ਹੈ? ਮੇਰੇ ਪਰਿਵਾਰ ਨੇ, ਜਿਸ ਵਾਸਤੇ ਹਜ਼ਾਰਾਂ ਲੋਕ ਸ਼ਹੀਦ ਹੋਏ, ਮੇਰੇ ਪਰਿਵਾਰ ਨੇ ਬਿਲਕੁਲ ਸ਼ਹਾਦਤਾਂ ਦਿੱਤੀਆਂ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਮੈਂ ਜੇ ਇਸ ਗੱਲ ਨੂੰ ਕਲੀਅਰ ਕਰਾਂ ਤਾਂ ਉਸ ਵੇਲੇ ਮੇਰੀ ਉਮਰ ਬਹੁਤ ਛੋਟੀ ਸੀ। ਨਹੀਂ, ਤੁਸੀਂ ਉਸੇ ਪਰਿਵਾਰ ਨੂੰ ਤਾਂ ਬਿਲੋਂਗ ਕਰਦੀ ਹਾਂ, ਇਹਦੇ 'ਚ ਮੇਰਾ ਤਾਂ ਕੋਈ ਕਸੂਰ ਨਹੀਂ। ਇੱਕ ਕਿ ਤੁਸੀਂ, ਮੈਂ ਇਹ ਕਹਿਣਾ ਚਾਹੁੰਦਾ ਕਿ ਖਾਲਿਸਤਾਨ ਦੀ ਜਿਹੜੀ ਉਹਨੇ ਮੰਗ ਕੀਤੀ ਹੈ, ਜਿਵੇਂ ਉਹਨੇ ਮੇਰੇ ਸਾਥੀ ਨੇ ਪੁੱਛਿਆ, ਉਹ ਗਲਤ ਕੀਤੀ ਜਾਂ ਸਹੀ ਕੀਤੀ? ਮੈਨੂੰ ਪੁਆਇੰਟ ਤੇ ਆਉਣ ਦਿਓ ਨਾ। ਉਸ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਜਿਹਦੇ 'ਚ ਰੱਬ ਦੀ ਮਰਜ਼ੀ ਸੀ, ਮੇਰਾ ਕੋਈ ਕਸੂਰ ਨਹੀਂ। ਉਸ ਟਾਈਮ ਮੇਰੀ ਉਮਰ ਬਹੁਤ ਛੋਟੀ ਸੀ। ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ, ਕੋਈ ਐਸਾ ਨਹੀਂ ਚਾਹੁੰਦਾ ਸੀਗਾ ਕਿ ਉਹ ਦੁਖਾਂਤ ਪੰਜਾਬ ਦੇ ਵਿੱਚ ਵਾਪਰ ਗਿਆ, ਪਰ ਅਨਫੋਰਚੂਨੇਟਲੀ ਵਾਪਰ ਗਿਆ, ਜਿਹਦੀ ਜਵਾਬਦੇਹੀ ਅੱਜ ਕਿਸੇ ਕੋਲ ਵੀ ਨਹੀਂ ਸ਼ਾਇਦ। ਪਰ ਜੇ ਤੁਸੀਂ ਉਸ ਕੜੀ ਦੇ ਨਾਲ ਅੱਜ ਮੈਨੂੰ ਜੋੜੋ ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਗਲਤ ਆ, ਕਿਉਂਕਿ ਲੋਕਾਂ ਨੇ ਮੈਨੂੰ ਅੱਜ ਇੱਕ ਉਸ ਪੋਸਟ ਤੇ ਬਿਠਾਇਆ ਜਿੱਥੇ 1.5 ਲੱਖ ਲੋਕਾਂ ਦੀ ਮੈਂ ਨੁਮਾਇੰਦਗੀ ਕਰਦੀ ਹਾਂ, ਤੇ ਮੇਰਾ ਕੋਈ ਰਾਈਟ ਨਹੀਂ ਬਣਦਾ ਕਿ ਮੈਂ ਲੋਕਾਂ ਦੇ ਵਿੱਚ ਵੈਰ ਵਿਰੋਧ ਤੇ ਆਪਸ ਦੇ ਵਿੱਚ ਲੜਾਈਆਂ ਕਰਾਂ। ਇਸ ਬਿਆਨ ਤੇ ਖਹਿਰਾ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਸਾਥੀ ਘਬਰਾਹਟ ਵਿੱਚ ਆ ਕੇ ਇਹ ਵੀ ਕਹਿ ਗਏ ਹਨ ਕਿ ਜੇਕਰ ਉਹ ਅਜਿਹੇ ਪਰਿਵਾਰ ਵਿੱਚ ਪੈਦਾ ਹੋਏ ਹਨ ਤਾਂ ਉਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ। ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੈਦਾ ਹੋਣ ਤੇ ਵੀ ਅਫਸੋਸ ਹੈ। ਸੋ ਮੈਂ ਕਹਿਣਾ ਚਾਹੁੰਦਾ ਆਪਣੇ ਸਾਥੀਆਂ ਨੂੰ, ਚਾਹੇ ਉਹ ਆਮ ਆਦਮੀ ਪਾਰਟੀ ਦੇ ਕੁਝ ਲੋਕ ਤਾਂ ਇਹ ਵੀ ਕਹਿ ਗਏ ਘਬਰਾਹਟ ਵਿੱਚ ਆਣ ਕੇ ਕਿ ਕਿਸੇ ਘਰ ਵਿੱਚ ਪਰਿਵਾਰ 'ਚ ਪੈਦਾ ਹੋਣਾ ਮੇਰਾ ਕਸੂਰ ਨਹੀਂ ਸੀ। ਉਹ ਆਪਣੇ ਪੈਦਾ ਹੋਣ ਤੇ ਵੀ ਕੀ ਕਹਿੰਦੇ ਹੋ ਰਹੇ ਕਿ ਕਿਵੇਂ ਕਹਿ ਸਕਦਾ, ਪੈਦਾ ਹੋਣ ਤੇ ਵੀ ਉਹਨੂੰ ਪਛਤਾਤਾਪ ਹੋ ਰਿਹਾ ਵਾ। ਕੁਝ ਸਾਡੇ ਹੋਰ ਵਿਦਵਾਨ ਆਗੂ ਨੇ ਜਿਹੜੇ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਸੈਕੂਲਰ ਹਾਂ, ਅਸੀਂ ਨੈਸ਼ਨਲਿਸਟ ਹਾਂ, ਅਸੀਂ ਖਾਲਿਸਤਾਨ ਦੀ ਮੰਗ ਦੇ ਉਲਟ ਹਾਂ। ਮੈਂ ਬਿਲਕੁਲ ਸਪੋਰਟ ਨਹੀਂ ਕਰਦਾ, ਨਾ ਮੈਂ ਕੋਈ ਵਾਇਲੈਂਸ ਸਪੋਰਟ ਕਰਦਾ। ਪਰ ਮੈਨੂੰ ਇੱਕ ਗੱਲ ਦੱਸਿਓ, ਹੁਣ ਖਾਲਿਸਤਾਨ ਕੋਈ ਗੱਲ ਕਰੇ ਤਾਂ ਐਡਾ ਵੱਡਾ ਵਿਵਾਦ, ਸ਼ੋਰ, ਸਾਰੇ ਟੈਲੀਵਿਜ਼ਨ ਦੇ ਉੱਤੇ ਡਿਬੇਟ ਚੈਨਲ ਤੇ ਗਾਲੀ ਗਲੋਚ, ਤੇ ਸਾਡੇ ਆਗੂ ਵੀ ਵਿਚਾਰੇ ਇੰਨੇ ਡਰ ਜਾਂਦੇ ਨੇ ਇਹ ਨਾ ਅਸੀਂ ਤਾਂ ਬਹੁਤ ਵੱਡੇ ਸੈਕੂਲਰ ਹਾਂ, ਅਸੀਂ ਨੈਸ਼ਨਲਿਸਟ ਹਾਂ। ਖਾਲਿਸਤਾਨ ਦੇ ਮੁੱਦੇ ਤੇ ਪੰਜਾਬ ਦੀ ਸਿਆਸਤ 'ਚ ਇਸੇ ਸਮੇਂ ਘਮਾਸਾਨ ਮਚਿਆ ਹੋਇਆ ਹੈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੇ ਗਏ ਇਹ ਖੁਲਾਸੇ ਸਿਆਸੀ ਪਾਰੇ ਨੂੰ ਹੋਰ ਉਤਾਂਹ ਵੱਲ ਲਿਜਾ ਸਕਦੇ ਨੇ। ਅਜਿਹੇ ਵਿੱਚ ਹੁਣ ਸਿਆਸਤਦਾਨਾਂ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ, ਇਹ ਤਾਂ ਵਕਤ ਹੀ ਦੱਸੇਗਾ। ਬਿਊਰੋ ਰਿਪੋਰਟ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਹਰ ਦਿਨ ਕਿਸੇ ਨਾ ਕਿਸੇ ਸਿਆਸਤਦਾਨ ਵੱਲੋਂ ਉਹਨਾਂ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਦਰਅਸਲ ਸਿੱਧੂ ਦੇ ਕਾਂਗਰਸ ਪਾਰਟੀ ਦਾ ਸਾਥ ਛੱਡ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਪਰ ਇਸ ਬਾਰੇ ਅਜੇ ਤੱਕ ਸਿੱਧੂ ਵੱਲੋਂ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਹੈ। ਇੱਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤਾ ਗਿਆ ਤਾਂ
ਉਹਨਾਂ ਨੇ ਇਸ ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਡਾਕਟਰ ਸਿੱਧੂ ਨੂੰ ਟਵਿੱਟਰ ਜ਼ਰੀਏ ਇੱਕ ਵਿਅਕਤੀ ਨੇ ਸਵਾਲ ਕੀਤਾ ਸੀ ਕਿ ਮੈਡਮ ਜੀ ਸਿੱਧੂ ਸਾਹਿਬ ਨੂੰ ਪੁੱਛ ਕੇ ਦੱਸਿਓ ਕਿ ਉਹਨਾਂ ਨੇ ਕਾਂਗਰਸ 'ਚ ਰਹਿਣਾ ਹੈ ਜਾਂ ਫਿਰ ਆਮ ਆਦਮੀ ਪਾਰਟੀ 'ਚ ਆਉਣਗੇ। ਇਸ ਤੋਂ ਬਾਅਦ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਕਿ ਹਰ ਇੱਕ ਵਿਅਕਤੀ ਅਲੱਗ ਸੋਚ ਰੱਖਦਾ ਹੈ। ਇੱਕ ਕਾਮਯਾਬ ਰਿਸ਼ਤੇ ਲਈ ਆਪਣੇ ਫੈਸਲੇ ਆਪ ਲੈਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸਾਡੇ ਦੋਹਾਂ ਦੇ ਵਿਚਕਾਰ ਸਿਆਸਤ ਨੂੰ ਲੈ ਕੇ ਅਲੱਗ ਵਿਚਾਰ ਜ਼ਰੂਰ ਹੋ ਸਕਦੇ ਨੇ, ਪਰ ਪੰਜਾਬ ਲਈ ਸਾਡੇ ਵਿਚਾਰ ਇੱਕੋ ਨੇ। ਸ਼ਿਵ ਸੈਨਾ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸ ਦੇ ਨਾਮ ਉੱਤੇ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਸੰਵਿਧਾਨ ਨਿਰਮਾਤਾ ਬਾਬਾ ਭੀਮ ਰਾਵ ਅੰਬੇਦਕਰ ਦੀ ਮੂਰਤੀ ਦੇ ਚਰਨਾਂ ਦੇ ਵਿੱਚ ਬੈਠ ਕੇ ਧਰਨਾ ਦਿੱਤਾ ਗਿਆ। ਉਹਨਾਂ ਕਿਹਾ ਹੈ ਕਿ ਉਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਲੁਧਿਆਣਾ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਤੱਕ ਡੰਡ ਬੈਠਕਾਂ ਕੱਢ ਕੇ ਪਹੁੰਚ ਕੀਤੀ ਜਾਵੇਗੀ ਤੇ ਵਿਰੋਧ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ। ਪ੍ਰਾਈਵੇਟ ਸਕੂਲ ਮਾਫੀਆ ਦੇ ਖਿਲਾਫ ਸ਼ਿਵ ਸੈਨਾ ਪੰਜਾਬ ਨੇ ਸੰਘਰਸ਼ ਦਾ ਐਲਾਨ ਕੀਤਾ ਹੋਇਆ, ਜਿਹਦੀ ਸਦਰ ਵਿੱਚ ਅਸੀਂ ਅੱਜ ਚੌਥਾ ਪੰਜਵਾਂ ਧਰਨਾ ਲਾਉਣ ਜਾ ਰਹੇ ਲਾਇਆ ਵਾ। ਅਸੀਂ ਸੰਵਿਧਾਨ ਨਿਰਮਾਤਾ ਡਾਕਟਰ BR ਅੰਬੇਦਕਰ ਜੀ ਦੀ ਪ੍ਰਤਿਮਾ ਦੇ ਚਰਨਾਂ ਦੇ ਵਿੱਚ ਅਰਧਨਗਨ ਹੋ ਕੇ ਬਹਿ ਕੇ ਅਸੀਂ ਅੱਜ ਸਕੂਲਾਂ ਦੇ ਖਿਲਾਫ ਧਰਨਾ ਲਾਇਆ, ਸਰਕਾਰਾਂ ਦੇ ਖਿਲਾਫ ਧਰਨਾ ਲਾਇਆ, ਜਿਹਦੇ ਵਿੱਚ ਅਸੀਂ ਇੱਕੋ ਇੱਕ ਗੱਲ ਕੀਤੀ ਆ ਵੀ ਬੰਦ ਪਏ ਸਕੂਲਾਂ ਨੂੰ ਅਸੀਂ ਫੀਸ ਕਿਉਂ ਦਈਏ। ਇਸ ਗੱਲ ਨੂੰ ਲੈ ਕੇ ਅਸੀਂ ਅੱਜ ਧਰਨਾ ਲਾਇਆ। ਤਾਂ ਜੀ ਸਕੂਲ ਦੇ ਲਗਾਤਾਰ ਪ੍ਰੋਟੈਸਟ ਵੀ ਹੋ ਰਹੇ ਨੇ, ਉਸ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋ ਰਿਹਾ, ਤੇ ਤੁਹਾਡਾ ਇਨ ਫਿਊਚਰ ਕੀ ਪਲਾਨ ਰਹੇਗਾ ਜੀ? ਮੈਂ ਇੱਕੋ ਹੀ ਗੱਲ ਕਲੀਅਰ ਕਹਿਣਾ ਵਾ, ਮੈਂ ਸਟਾਰਟਿੰਗ ਤੋਂ ਵੀ ਇੱਕੋ ਗੱਲ ਕੀਤੀ ਸੀ ਜਦੋਂ ਅਸੀਂ ਸੰਘਰਸ਼ ਸ਼ੁਰੂ ਕੀਤਾ ਸੀਗਾ ਵੀ ਜਿਹੜਾ ਇਹ ਸਕੂਲ ਮਾਫੀਆ ਇਹਦੇ ਪਿੱਛੇ ਨੌਕਰਸ਼ਾਹ ਦਾ ਹੱਥ ਹੈ, ਰਾਜਨੀਤੀਆਂ ਦਾ ਹੱਥ ਹੈ, ਬੜੇ ਬੜੇ ਉਦਯੋਗਪਤੀਆਂ ਦਾ ਹੱਥ ਹੈ। ਇਹਨਾਂ ਕੋਲ ਅਗਰ ਲੜਾਈ ਜਿੱਤਣੀ ਹੈ ਤਾਂ ਹਰੇਕ ਉਸ ਮਾਂ ਪਿਓ ਨੂੰ ਸੜਕ ਤੇ ਉਤਰਨਾ ਪਏਗਾ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਕਿਉਂਕਿ ਅੱਜ ਤੱਕ ਜਿੰਨੀਆਂ ਵੀ ਲੜਾਈਆਂ ਸਕੂਲਾਂ ਦੇ ਖਿਲਾਫ ਲੜੀਆਂ ਗਈਆਂ ਨੇ ਹਮੇਸ਼ਾ ਸਕੂਲਾਂ ਦੀ ਜਿੱਤ ਹੋਈ ਹੈ। ਪਰ ਅਸੀਂ ਅੱਜ ਖੁੱਲ੍ਹ ਕੇ ਡੰਕਾ ਵਜਾਇਆ ਸ਼ਿਵ ਸੈਨਾ ਪੰਜਾਬ ਨੇ। ਅਸੀਂ ਜਦ ਤੱਕ ਚੁੱਪ ਨਹੀਂ ਬੈਠਣਾ ਜਦ ਤੱਕ ਸਕੂਲ ਸਰਕਾਰਾਂ ਸਿੱਧੀਆਂ ਫੈਸਲਾ ਨਹੀਂ ਲੈਂਦੀਆਂ ਜਾਂ ਪ੍ਰਾਈਵੇਟ ਸਕੂਲ ਵਾਲੇ ਉਹਨਾਂ ਫੀਸਾਂ ਉੱਤੇ ਤੁਰੰਤ ਪ੍ਰਤੀਬੰਧ ਨਹੀਂ ਲਗਾਉਂਦੇ ਜਦ ਤੱਕ ਸਕੂਲ ਬੰਦ ਪਏ ਨੇ। ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਮੰਤਰੀ ਵੀ ਨੇ, ਤੁਸੀਂ ਉਹਨਾਂ ਦੇ ਘਰ ਦਾ ਘਿਰਾਵ ਕਰੋਗੇ ਜਾਂ ਅੱਗੇ ਸਿੱਖਿਆ ਮੰਤਰੀ ਦਾ ਘਿਰਾਵ ਕਰੋਗੇ? ਕੀ ਰਹੇਗਾ ਤੁਹਾਡਾ? ਦੇਖੋ ਸਾਡਾ ਪ੍ਰੋਟੈਸਟ ਕਰਨ ਦਾ ਕੀ ਮਤਲਬ ਰਿਹਾ? ਦੇਖੋ ਸਾਡੇ ਡਾਕਟਰ BR ਅੰਬੇਦਕਰ ਜੀ ਨੇ ਸੰਵਿਧਾਨ ਦਾ ਨਿਰਮਾਣ ਕੀਤਾ। ਜਦੋਂ ਸੰਵਿਧਾਨ ਦਾ ਨਿਰਮਾਣ ਕੀਤਾ ਸੀ ਉਹਨਾਂ ਨੇ ਕਿਤੇ ਗੱਲ ਨੂੰ ਬੜਾ ਧਿਆਨ 'ਚ ਰੱਖਿਆ ਸੀ ਵੀ ਦੇਸ਼ ਦੇ ਵਿੱਚ ਜਿਹੜਾ ਜਾਤ ਪਾਤ ਦਾ ਨਾਮ ਦਾ ਡੰਕਾ ਵਾ, ਊਚ ਨੀਚ ਦਾ ਜਿਹੜਾ ਡੰਕਾ ਉਹਨੂੰ ਖਤਮ ਕੀਤਾ ਜਾਵੇ, ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ, ਉਸ ਨੂੰ ਧਿਆਨ ਰੱਖਦੇ ਹੋਏ ਸੰਵਿਧਾਨ ਦਾ ਨਿਰਮਾਣ ਕੀਤਾ ਉਹਦੇ ਵਿੱਚ। ਪਰ ਹੁਣ ਕੀ ਹੋ ਕੀ ਰਿਹਾ? ਸਾਡੇ ਰਾਜਦੂਤਾਵਾਂ ਨੇ ਸਿੱਖਿਆ ਨੂੰ ਵਪਾਰੀ ਕੇਂਦਰ ਬਣਾ ਦਿੱਤਾ। ਜਿਹੜੀ ਸਿੱਖਿਆ ਸਾਡੇ ਦੇਸ਼ ਵਾਸੀਆਂ ਨੂੰ, ਦੇਸ਼ ਦੇ ਬੱਚਿਆਂ ਨੂੰ ਫ੍ਰੀ ਮਿਲਣੀ ਚਾਹੀਦੀ, ਅੱਛੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ, ਪਰ ਉਹ ਸਕੂਲ ਐਜੂਕੇਸ਼ਨ ਦਾ ਬਿਲਕੁਲ ਬੇੜਾ ਗਰਕ ਕਰਤਾ। ਸਾਡੀ ਸਿੱਖਿਆ ਨੂੰ ਉਦਯੋਗਪਤੀਆਂ ਨੇ ਇੱਥੋਂ ਵੇਚਤਾ। ਨੌਕਰਸ਼ਾਹ ਨੇ ਐਸੇ ਪਲਾਨ ਤਿਆਰ ਕੀਤੇ ਕਿ ਜਿਹੜੇ ਸਰਕਾਰੀ ਸਕੂਲ ਨੇ ਖੰਡਰ ਬਣਾਤੇ ਨੇ, ਪਰ ਜਿਹੜੇ ਦੂਜੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਵਧੀਆ ਬਣਾਤੇ ਨੇ। ਮਤਲਬ ਪ੍ਰਾਈਵੇਟ ਸਕੂਲਾਂ ਦਾ ਇੰਨਾ ਕੁ ਪ੍ਰਚਾਰ ਹੈ ਵੀ ਹਰ ਬੰਦਾ ਚਾਹੁੰਦਾ ਵੀ ਮੇਰਾ ਬੱਚਾ ਪ੍ਰਾਈਵੇਟ ਸਕੂਲ ਪੜ੍ਹੇ, ਪਰ ਪ੍ਰਾਈਵੇਟ ਸਕੂਲ ਕੀ ਕਰ ਰਿਹਾ? ਮਾਂ ਪਿਓ ਦਾ ਖੂਨ ਉੱਚ ਰਿਹਾ, ਲੋਕ ਬੱਚਿਆਂ ਦੇ ਮਾਂ ਪਿਓ ਦੇ ਕੱਪੜੇ ਉਤਾਰ ਰਿਹਾ। ਮੇਰੀ ਫੈਕਟਰੀ ਬੰਦ ਰਹੀ ਹੈ ਲੋਕਡਾਊਨ ਦੇ ਵਿੱਚ, ਮੇਰੀ ਦੁਕਾਨਾਂ ਬੰਦ ਰਹੀਆਂ, ਸਾਡੀਆਂ ਬੰਦ ਰਹੀਆਂ ਨੇ, ਮੈਨੂੰ 1 ਰੁਪਏ ਦੀ ਕਮਾਈ ਨਹੀਂ ਹੋਈ। ਸਕੂਲ ਬੰਦ ਪਏ ਨੇ, ਬਸ ਸਕੂਲ ਵਾਲੇ ਫੀਸ ਮੰਗ ਰਹੇ ਨੇ, ਸਰਕਾਰਾਂ ਵੀ ਕਹਿ ਰਹੀਆਂ ਵੀ ਇਹਨਾਂ ਨੂੰ ਫੀਸ ਦਈਏ, ਅਸੀਂ ਕਿਉਂ ਦਈਏ? ਰੁਜ਼ਗਾਰ ਦੀ ਭਾਲ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਨੇ, ਪਰ ਇਸ ਦੌਰਾਨ ਉਹ ਕਈ ਵਾਰ ਫਸ ਵੀ ਜਾਂਦੇ ਨੇ। ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਗੁਹਾਰ ਲਗਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ 600 ਪੰਜਾਬੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਸਨ, ਪਰ ਹੁਣ ਉੱਥੇ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਨੇ। ਉਹਨਾਂ ਕਿਹਾ ਹੈ ਕਿ ਇਹਨਾਂ ਨੂੰ ਵਾਪਸ ਲਿਆਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਨੇ। मैं बेनती करनी चाहांगा कि जिवें साढ़े पंजाब के पंजाबी लोग बाहरले मुल्कों में कवैत दुबई और इन्हां दे नाल जो लगदे देश ने उत्थे हमेशा ही अपनी रोजी रोटी कमाउण लई जांदे ने। तो साढ़े पंजाब दे मैनू मेरे हलका खून कलां दे पुराने साथी सरदार मनप्रीत सिंह वालों एक इन्फॉर्मेशन आई है कि खबर आई है, उन्होंने वालों सुनेहा आया है कि कवैत की एक कंपनी है जिसका नाम है KGL कंपनी। ये इत्थे साढ़े 600 पंजाब के जिहड़े मजदूर लोग हैं जिहड़े गए ने काम करने लई, उन्हां कोलों पासपोर्ट भी उन्होंने ले लए कंपनी ने, ते ना उन्होंने इस वेले कोई वो पासपोर्ट वापस कर रही है, ना उन्होंने तनख्वाह दे रही है। इसलिए वो जिहड़े साडे बच्चे 600 जिहड़े ने वो इस वेले बड़ी माड़ी हालत विच उत्थे फसे हुए ने। इसलिए मैं अपने देश के प्रधानमंत्री श्री अपने वालों और श्रोमणी अकाली दल की हाई कमांड वालों
ਮੈਂ ਇਹ ਬੇਨਤੀ ਕੀਤੀ ਆ ਕਿ ਉਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸਾਡੇ ਆਨਰੇਬਲ ਮਿਨਿਸਟਰ ਆਫ ਐਕਸਟਰਨਲ ਅਫੇਅਰ ਗਵਰਨਮੈਂਟ ਆਫ ਇੰਡੀਆ ਡਾਕਟਰ ਐਸ ਜੈ ਸ਼ੰਕਰ ਜੀ ਨੂੰ ਵੀ ਉਹਨਾਂ ਨੂੰ ਨਾਲ ਹੀ ਬੇਨਤੀ ਕੀਤੀ ਆ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿ ਵੀ ਇਹਨਾਂ ਬੱਚਿਆਂ ਨੂੰ ਜੋ ਪੰਜਾਬ ਦੇ ਉੱਥੇ ਰੋਜ਼ੀ ਰੋਟੀ ਕਮਾਉਣ ਗਏ ਸੀ ਉਹਨਾਂ ਨੂੰ ਵਾਪਸ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਲਈ ਇਹ ਉਪਰਾਲਾ ਕੀਤਾ ਜਾਵੇ। ਬੜਾ ਜ਼ਰੂਰੀ ਬੇਨਤੀ ਹੈ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। The show is sponsored by Ashoka Tandoori Range. Enjoy the Indian taste. The show is sponsored by Ashoka Tandoori Range. Enjoy the Indian taste. ਦਸੂਹਾ ਦੇ ਪਿੰਡ ਡੁਗਰੀ 'ਚ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਦੁਪਹਿਰ ਸਮੇਂ ਆਰਾਮ ਕਰ ਰਹੇ ਇੱਕ ਗਰੀਬ ਪਰਿਵਾਰ ਤੇ ਮਕਾਨ ਦੀ ਛੱਤ ਡਿੱਗੀ, ਜਿਸ ਕਾਰਨ ਪੂਰਾ ਪਰਿਵਾਰ ਛੱਤ ਦੇ ਮਲਬੇ ਦੇ ਹੇਠਾਂ ਦਬ ਗਿਆ। ਇਸ ਮਲਬੇ ਦੇ ਹੇਠਾਂ ਮਕਾਨ ਮਾਲਕ ਰੂਪ ਲਾਲ, ਉਸ ਦੀ ਪਤਨੀ ਗੁਰਦੇਵ ਕੌਰ, ਲੜਕੀ ਬੰਤਾ ਦੇਵੀ, ਲਵਪ੍ਰੀਤ ਕੌਰ ਅਤੇ ਇੱਕ ਗੁਆਂਢਣ ਸੀਮਾ ਰਾਣੀ ਦੱਬੇ ਗਏ। ਬੀਤੇ ਕੱਲ ਇੱਕ ਗਰੀਬ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਕਹਿਰ ਟੁੱਟ ਗਿਆ ਜਦੋਂ ਦੁਪਹਿਰ ਸਮੇਂ ਉਹਨਾਂ ਤੇ ਮਕਾਨ ਦੀ ਛੱਤ ਡਿੱਗੀ। ਇਹ ਘਟਨਾ ਹੈ ਦਸੂਹਾ ਦੇ ਪਿੰਡ ਡੁਗਰੀ ਦੀ। ਇਸ ਹਾਦਸੇ 'ਚ ਗਰੀਬ ਮਕਾਨ ਮਾਲਕ ਰੂਪ ਲਾਲ, ਉਸ ਦੀ ਪਤਨੀ ਗੁਰਦੇਵ ਕੌਰ, ਲੜਕੀ ਬੰਤਾ ਦੇਵੀ, ਲਵਪ੍ਰੀਤ ਕੌਰ ਅਤੇ ਇੱਕ ਗੁਆਂਢਣ ਸੀਮਾ ਰਾਣੀ ਮਲਬੇ ਦੇ ਹੇਠਾਂ ਆ ਗਏ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਮਲਬੇ ਹੇਠੋਂ ਕੱਢਿਆ ਗਿਆ ਅਤੇ ਉਹਨਾਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦਰਅਸਲ ਇਹ ਗਰੀਬ ਪਰਿਵਾਰ ਦੇ ਹਾਲਾਤ ਕੁਝ ਅਜਿਹੇ ਹਨ ਕਿ ਲੰਮੇ ਸਮੇਂ ਤੋਂ ਮਕਾਨ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ, ਪਰ ਘਰ ਦੀ ਆਰਥਿਕਤਾ ਕਾਰਨ ਉਹ ਮੁਰੰਮਤ ਨਹੀਂ ਕਰਵਾ ਸਕੇ। ਇਸ ਬਾਰੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਲਾਲ ਦੇ ਕੋਈ ਪੁੱਤਰ ਨਹੀਂ ਹੈ ਜੋ ਉਸ ਦੇ ਘਰ ਨੂੰ ਚਲਾ ਸਕੇ। ਅਜਿਹੇ ਵਿੱਚ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਗੱਲਬਾਤ ਇਹ ਹੋਈ ਵੀ 2 ਵਜੇ ਦਾ ਟਾਈਮ ਸੀ ਦੁਪਹਿਰ ਦਾ, ਲੋਕੀ ਆਪਣੇ ਆਪਣੇ ਘਰਾਂ ਸੁੱਤੇ ਸੀ ਸਾਰੇ। ਇੱਥੇ ਆਵਾਜ਼ ਆਈ ਆ ਮੇਰਾ ਘਰ ਨਜ਼ਦੀਕ ਆ, ਅਸੀਂ ਦੌੜੇ ਆਏ, ਜਦੋਂ ਦੇਖਿਆ ਤਾਂ ਛੱਤ ਜਿਹੜੀ ਉਹ ਥੱਲੇ ਡੇਪੇ ਦਾ ਬੰਦੇ ਉਹ ਥੱਲੇ ਆ ਗਏ। ਕਿੰਨੇ ਜਣੇ ਸੀ? ਉਹ 4-5 ਜਣੇ ਸੀਗੇ। ਕੌਣ ਕੌਣ ਸੀ? ਇੱਕ ਉਹਨਾਂ ਦਾ ਘਰ ਵਾਲਾ ਸੀਗਾ ਰੂਪ ਲਾਲ, ਇੱਕ ਉਹਨਾਂ ਦੀ ਘਰ ਵਾਲੀ, ਇੱਕ ਲੜਕੀ ਉਹਨਾਂ ਦੀ ਆਈ ਆ ਇੱਥੇ ਵਿਆਹੀ ਆ, ਇੱਕ ਉਹਨਾਂ ਦਾ ਬੱਚਾ ਸੀਗਾ ਤੇ ਇੱਕ ਹੋਰ ਪੜੋਸ ਦਾ ਲੜਕੀ ਬੈਠੀ। ਫਿਰ ਉਸ ਤੋਂ ਬਾਅਦ ਕੱਢਿਆ ਗਿਆ? ਉਸ ਤੋਂ ਬਾਅਦ ਕੱਢਿਆ ਗਿਆ। ਫਿਰ ਉਹਨਾਂ ਨੇ ਜਦੋਂ ਰੌਲਾ ਪੈ ਕੇ ਚੀਕਾਂ ਚੁੱਕਾਂ ਮਾਰੀਆਂ ਤਾਂ ਉਹਨਾਂ ਨੂੰ ਕੱਢ ਕੇ ਬਾਹਰ ਇੱਥੇ ਮੰਜੇ 'ਤੇ ਲੰਮਾ ਪਾਇਆ। ਫਿਰ ਉਹਨਾਂ ਨੂੰ ਫਸਟ ਏਡ ਇੱਥੋਂ ਡਾਕਟਰ ਪਿੰਡ ਹੈਗਾ ਉੱਥੋਂ ਦਵਾਈ। ਇਹ ਗੱਲ ਕਰੀ ਪਰਿਵਾਰ ਦੀ, ਕਿੱਦਾਂ ਦਾ ਪਰਿਵਾਰ ਹੈ? ਪਰਿਵਾਰ ਗਰੀਬ ਆ, ਬਹੁਤ ਜ਼ਿਆਦਾ ਆ। ਲੜਕਾ ਕੋਈ ਹੈ ਨਹੀਂ, ਲੜਕੀ ਆ ਉਹ ਵਿਆਹਤੀ ਆ, ਆਪੂ ਮਜ਼ਦੂਰੀ ਕਰਦਾ, ਉਹ ਆਪਣਾ ਟਾਈਮ ਜਿਹੜਾ ਦਿਨ ਦੇ ਦਿਨ ਟਪਾਉਂਦਾ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ, ਕੋਈ ਹੈਲਪ ਦੀ? ਨਹੀਂ, ਹੈਲਪ ਜੇ ਗੌਰਮੈਂਟ ਦੇ ਤਾਂ ਬਹੁਤ ਵਧੀਆ, ਕਿਉਂਕਿ ਉਹ ਬਰਸਾਤ ਦਾ ਟਾਈਮ ਆ ਰਿਹਾ, ਅੱਗੇ ਉਹ ਮਕਾਨ ਦੀ ਛੱਤ ਵਗੈਰਾ ਬਣਾ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਮਲਕੀਤ ਕੌਰ ਨੇ ਦੱਸਿਆ ਕਿ ਪੀੜਤਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ। 2 ਵਜੇ ਦੀ ਗੱਲ ਆ, ਇਹ ਤਾਂ ਸਾਰੇ ਸੁੱਤੇ ਸੀ ਆਪਣੇ ਅੰਦਰ ਹੀ ਤੇ ਇਹ ਵਿਚਾਰੇ ਕਿਤੇ ਬਸਹਿਰੋਂ ਆਏ, ਆਣ ਕੇ ਮੰਜੇ ਤੇ ਲੰਮੇ ਪੈ ਗਏ ਤਾਂ ਸਾਰਾ ਪਰਿਵਾਰ ਥੱਲੇ ਮਤਲਬ ਆ ਗਿਆ, ਉਹਦੇ ਖਿੱਚ ਧੂ ਕੇ ਕੱਢੇ ਸਾਰੇ ਇਹ। ਤਾਂ ਸੱਟਾਂ ਬਹੁਤ ਲੱਗ ਗਈਆਂ ਆ। ਇੱਕ ਉਹਨਾਂ ਦੀ ਬੇਟੀ ਆ, ਤਾਂ ਬੇਟੀ ਦੀ ਇੱਕ ਛੋਟੀ ਜਿਹੀ ਬੇਟੀ ਉਹ ਵੀ ਆ, ਇੱਕ ਗੁਆਂਢ ਆ ਦੀ ਬੀਬੀ, ਉਹਦੇ ਵੀ ਲੱਗ ਗਈਆਂ ਸੱਟਾਂ, ਤਾਂ ਉਹਨਾਂ ਦੀ ਮੰਮੀ ਦੇ ਵੀ ਬਹੁਤ ਲੱਗੀਆਂ ਤਾਂ ਉਹਨਾਂ ਦੇ ਡੈਡੀ ਦੇ ਵੀ ਬਹੁਤ ਲੱਗੀਆਂ ਆ। ਇਸ ਮੌਕੇ ਪੀੜਤ ਗੁਰਦੇਵ ਕੌਰ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਘਰ ਦੀ ਹਾਲਤ ਬਹੁਤ ਖਰਾਬ ਹੈ। ਅੱਜ ਜੀ ਉਹ ਮਕਾਨ ਏਦਾਂ ਹੀ ਸੀ, ਕੱਚੇ ਜਿਹੇ ਸੀਗੇ, ਤਾਂ ਮੀਂਹ ਪਿਆ ਸੀਗਾ, ਥੱਲੇ ਅਸੀਂ ਲੰਮੇ ਪਏ ਬੈਠੇ ਸੀਗੇ ਤੇ ਛੱਤ ਡਿੱਗ ਪਈ ਸਾਰੀ। ਤੇ ਘਰ ਵਾਲਾ ਤੁਹਾਡਾ ਕੀ ਕਰਦਾ ਜੀ? ਦਿਹਾੜੀ ਤਾਂ ਬਹੁਤ ਕਰਦੇ ਆ ਜੀ। ਇਹ ਮਕਾਨ ਸੀਗਾ, 3 ਜਿਹੜੇ ਪਰਿਵਾਰ ਦੇ ਮੈਂਬਰ ਅੰਦਰ ਹੀ ਸੁੱਤੇ ਸੀ। 3 ਵਜੇ 2:30 ਵਜੇ ਤੱਕ ਅਚਾਨਕ ਹੀ ਪਤਾ ਨਹੀਂ ਕੋਈ ਗਾਰਡਰ ਟੁੱਟ ਗਿਆ, ਕਿ ਉਹਦਾ ਛੱਤ ਜਿਹੜੀ ਉਹ ਸਾਰੀ ਡਿੱਗ ਪਈ, ਮਕਾਨ ਵੀ ਡਿੱਗ ਪਿਆ। ਤੇ ਬੰਦੇ ਜਿਹੜੇ 3-4 ਅੰਦਰ ਸੀਗੇ ਥੱਲੇ, ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ, ਉਹਨਾਂ ਨੂੰ ਹਸਪਤਾਲ ਜਾਂਦਾ ਹੈ। ਜੇ ਪਰਿਵਾਰ ਦੀ ਗੱਲ ਕਰੀਏ, ਕਿੱਦਾਂ? ਪਰਿਵਾਰ ਬਹੁਤ ਗਰੀਬ ਆ ਜੀ, ਕੰਮਕਾਰ ਵੀ ਹੈ ਨਹੀਂ, ਕੋਈ ਵੀ ਨਹੀਂ। ਜੇ ਤਗੜੇ ਬੰਦੇ ਹੁੰਦੇ ਜੇ ਤਗੜੇ ਬੰਦੇ ਹੁੰਦੇ ਤਾਂ ਫਿਰ ਮਕਾਨ ਨਾ ਡਿੱਗਦਾ। ਇਹਦਾ ਮਕਾਨ ਦਾ ਕੋਈ ਨਾ ਕੋਈ ਬੰਦੋਬਸਤ ਪਹਿਲਾਂ ਹੋ ਜਾਂਦਾ, ਤੇ ਹੈ ਨਹੀਂ ਸੀ ਇੰਨੀ ਜੋਗੇ ਵੀ ਇਹਨੂੰ ਮਕਾਨ ਨੂੰ ਆਪਾਂ ਠੀਕ ਕਰ ਲਈਏ। ਲੋਕਾਂ ਨੂੰ ਕੀ ਅਪੀਲ ਕਰਦੇ ਆ? ਲੋਕਾਂ ਨੂੰ ਇਹ ਅਪੀਲ ਕਰਦੇ ਆ, ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਜੇ ਇਹਨਾਂ ਦੀ ਜੋ ਵੀ ਵੱਧ ਤੋਂ ਵੱਧ ਮਦਦ ਹੋ ਸਕੇ।
ਪਰਿਵਾਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਅਜਿਹੇ ਸਮੇਂ 'ਚ ਲੋੜ ਹੈ ਕਿ ਕੋਈ ਸਮਾਜ ਸੇਵੀ ਸੰਸਥਾ ਜਾਂ ਫਿਰ ਸਰਕਾਰ ਇਸ ਗਰੀਬ ਪਰਿਵਾਰ ਦੀ ਬਾਂਹ ਫੜੇ। ਬਿਊਰੋ ਰਿਪੋਰਟ। ਤਰਨਤਾਰਨ ਦੇ ਹਲਕਾ ਪੱਟੀ 'ਚ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਇੱਕ ਰੇਲਵੇ ਲਾਈਨ ਕੋਲੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਉਰਫ ਸੱਤਾ ਵਜੋਂ ਹੋਈ ਹੈ ਅਤੇ ਇਹ ਉੱਥੋਂ ਦੇ ਮੀਰਾ ਵਾਲੀ ਬਸਤੀ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਹੜੀ ਡੈਡ ਬੋਡੀ ਆ ਰੇਲਵੇ ਯਾਰਡ 'ਚੋਂ ਮਿਲੀ ਆ ਤੇ ਇਹਦੀ ਜਿਹੜੀ ਅਗਲੀ ਕਾਰਵਾਈ ਇੱਦਾਂ ਦੇ ਵਾਰਸਾਂ ਨੂੰ ਸਦਕੇ ਤੇ ਉਹਨਾਂ ਦੇ ਬਿਆਨ ਲੈਂਦੇ ਆ। ਠੀਕ ਹੈ ਜੀ। ਜਿਹੜੀ ਡੈਡ ਬੋਡੀ ਆ ਉਹ ਸਿਵਲ ਹਸਪਤਾਲ ਮੋਰਚਰੀ 'ਚ ਭੇਜ ਦਿੰਦੇ ਆ। ਠੀਕ ਹੈ ਸਰ। ਇਹਦੀ ਆਇਡੈਂਟੀਫਾਈ ਹੋ ਗਈ ਹੈ ਜੀ? ਹਾਂ ਆਇਡੈਂਟੀਫਾਈ ਤੇ ਹਾਂ ਹੋਈ ਹੈ। ਇਹਦੇ ਵਾਰਸ ਆਏ ਆ। ਬਾਕੀ ਇਹਨਾਂ ਨੂੰ ਪੁੱਛਦੇ ਆ ਕਿ ਇਹਨਾਂ ਨੂੰ ਕੀ ਗੱਲਬਾਤ ਉਹਨਾਂ ਕੀ ਕੰਮ ਕਰਦਾ ਸੀ। ਨਕੋਦਰ ਵਿੱਚ ਇੱਕ ਵਿਅਕਤੀ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ। ਨਕੋਦਰ ਦੇ ਰਹਿਣ ਵਾਲੇ ਵਿਕਾਸ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੋਨ ਡੀਲੀਜ਼ ਕੰਪਨੀ ਤੋਂ ਇੱਕ ਸੈਮਸੰਗ ਦਾ 7 Pro ਮੋਬਾਈਲ ਆਨਲਾਈਨ ਆਰਡਰ ਕੀਤਾ ਗਿਆ ਸੀ, ਪਰ ਕੰਪਨੀ ਵੱਲੋਂ ਉਸ ਨੂੰ 500 ਵਾਲੇ ਮੋਬਾਈਲ ਚਾਈਨਾ ਦੇ ਭੇਜ ਦਿੱਤੇ ਗਏ, ਜਿਸ ਦੇ ਬਾਅਦ ਵਿਕਾਸ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਕੰਪਨੀ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਕੋਈ ਵਿਅਕਤੀ ਅਜਿਹੀ ਘਟਨਾ ਦਾ ਸ਼ਿਕਾਰ ਨਾ ਹੋਵੇ। ਜਿਸ ਨੰਬਰ ਉੱਤੇ ਵਿਕਾਸ ਨੇ ਫੋਨ ਆਰਡਰ ਕੀਤਾ ਸੀ ਉਹ ਫੋਨ ਨੰਬਰ ਕੋਈ ਵੀ ਕੰਪਨੀ ਦਾ ਵਿਅਕਤੀ ਨਹੀਂ ਚੁੱਕ ਰਿਹਾ। ਇਹ ਜਿੱਦਾਂ ਮੈਂ ਫੋਨਸ ਡੀਲ ਤੋਂ ਫੋਨ ਮੰਗਾਇਆ ਸੀਗਾ Note 7 Pro ਤੇ ਆਹ 500 ਵਾਲੇ ਫੋਨ ਆਏ ਆ। ਮੇਰਾ 3000 ਦਾ ਆਰਡਰ ਸੀਗਾ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੇਰੇ ਪੈਸੇ ਰਿਟਰਨ ਵਾਪਸ ਆਉਣ ਤੇ ਇਹੋ ਜਿਹੇ ਕੰਪਨੀਆਂ ਬੰਦ ਹੋਣ। ਤੇ ਤੁਹਾਨੂੰ ਇਹ ਨੰਬਰ ਕਿੱਥੋਂ ਮਿਲਿਆ ਸੀਗਾ? ਨੰਬਰ ਇਹ ਮੈਨੂੰ ਅਕਾਊਂਟ ਫੇਸਬੁੱਕ ਤੇ ਸ਼ੋ ਹੋਇਆ ਸੀਗਾ ਫੋਨ ਦਾ। ਮੈਂ ਆਰਡਰ ਕੀਤਾ ਸੀਗਾ, ਕੈਸ਼ ਔਨ ਡਿਲੀਵਰੀ ਸੀਗਾ। ਜੋ ਆਰਡਰ ਕਰਕੇ ਬਾਅਦ ਆਹ ਸਮਾਨ ਮਿਲਿਆ ਮੈਨੂੰ 2 ਨੰਬਰ ਦਾ ਕਿ 500 ਵਾਲੇ ਦੋ ਫੋਨ ਆ। 3000 ਦਾ ਆਰਡਰ ਸੀਗਾ। ਨਹੀਂ ਤੇ ਤੁਸੀਂ ਜਦੋਂ ਇਹ ਆਰਡਰ ਕੀਤਾ ਸੀਗਾ ਕਿਸ ਤਰ੍ਹਾਂ ਆਰਡਰ ਕਿੱਦਾਂ ਕੀਤਾ ਸੀਗਾ? ਜਿੱਦਾਂ ਉਹਨਾਂ ਦਾ ਪਹਿਲਾਂ ਸੀਗਾ ਡੈਬਿਟ ਕਾਰਡ ਸ਼ੋ ਹੋਣ ਡਿਆ ਸੀ, ਮੈਂ ਆਰਡਰ ਕੈਂਸਲ ਕਰਤਾ। ਬਾਅਦ ਉਹਨਾਂ ਦਾ ਫੋਨ ਆਇਆ ਕਿ ਕੈਸ਼ ਔਨ ਡਿਲੀਵਰੀ ਹੋ ਜਾਊਗਾ ਫੋਨ। ਮੈਂ ਕੈਸ਼ ਔਨ ਡਿਲੀਵਰੀ ਕੀਤਾ। ਅੱਜ ਮੈਂ ਫੋਨ ਲੈ ਕੇ ਆਇਆ ਕੋਰੀਅਰ ਵਾਲਿਆਂ ਤੋਂ ਤੇ ਉੱਥੇ ਦੇਖਿਆ ਕਿ ਫੋਨ ਦੇ ਪਾਰਸਲ 'ਚ ਆਹ 2 ਫੋਨ ਨਿਕਲੇ 500 ਵਾਲੇ ਤੇ ਮੇਰਾ ਆਰਡਰ ਹੈ ਨਹੀਂ ਸੀਗਾ ਜਿਹੜਾ ਆਰਡਰ ਮੈਂ ਕੀਤਾ ਸੀਗਾ। ਤੇ ਪੇਮੈਂਟ ਪਹਿਲਾਂ ਕੀਤੀ ਹੋਈ ਸੀ? ਪੇਮੈਂਟ ਮੈਂ ਹੁਣ ਕੀਤੀ ਕੈਸ਼ ਔਨ ਡਿਲੀਵਰੀ ਆਰਡਰ ਦੇਣ ਤੋਂ ਪਹਿਲਾਂ। ਉਹ ਕਹਿੰਦੇ ਇਦਾਂ ਆਰਡਰ ਓਪਨ ਨਹੀਂ ਕਰ ਸਕਦੇ, ਕੈਸ਼ ਔਨ ਡਿਲੀਵਰੀ ਪਹਿਲਾਂ ਕੈਸ਼ ਦਿਓ ਫਿਰ ਤੁਸੀਂ ਆਰਡਰ ਨੂੰ ਓਪਨ ਕਰ ਸਕਦੇ ਹੋ। ਨਹੀਂ ਤੇ ਤੁਹਾਨੂੰ ਕਈ ਵਾਰ ਤੁਸੀਂ ਖਬਰਾਂ ਵੀ ਦੇਖੀਆਂ ਹੋਗੀਆਂ, ਕਈਆਂ ਨਾਲ ਇਸ ਤਰ੍ਹਾਂ ਦੇ ਧੋਖੇ ਹੋਏ ਆ, ਪਰ ਫਿਰ ਵੀ ਤੁਸੀਂ ਆਨਲਾਈਨ ਕੀਤਾ। ਕੀ ਕਹਿਣਾ ਚਾਹੁੰਦੇ ਆ? ਇਹੀ ਆ ਜਿੱਦਾਂ ਕਈ ਸਾਈਡਾਂ ਤੇ ਸਮਾਨ ਵਧੀਆ ਮਿਲਦਾ, ਇਦਾਂ ਦੀ ਸਾਈਡ ਨੂੰ ਬੰਦ ਕੀਤਾ ਜਾਵੇ ਜਿੱਥੇ ਸਮਾਨ ਇਦਾਂ ਦਾ ਮਿਲਦਾ ਹੈ। ਇਹ ਕਿਹੜੀ ਸਾਈਡ ਆ ਇਹ? ਇਹ fonsdeal.com। ਇਹ ਫੇਸਬੁੱਕ ਤੇ ਆ ਜਾਂ ਕਿਸ ਤਰ੍ਹਾਂ ਹੈਗੀ? ਇਹ ਫੇਸਬੁੱਕ ਤੇ ਪਹਿਲਾਂ ਗੂਗਲ ਤੇ ਵੀ ਸ਼ੋ ਹੋਣ ਡਿਆ ਸੀ, ਹੁਣ ਗੂਗਲ ਤੇ ਵੀ ਨਹੀਂ ਸ਼ੋ ਹੋਣ ਡਿਆ, ਨਾ ਫੇਸਬੁੱਕ ਅਕਾਊਂਟ ਤੇ ਨਾ ਇੰਸਟਾ ਅਕਾਊਂਟ ਤੇ। ਪਿਛਲੇ ਸਾਲ ਨਕੋਦਰ ਦੇ ਪਿੰਡ ਸ਼ੌਂਕਿਆ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਮਾਮਲਾ ਅੱਜ ਦਿਹਾਤੀ ਪੁਲਿਸ ਨੇ ਸੁਲਝਾ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਨਵਜੋਤ ਸਿੰਘ ਮਾਲ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਪਿੰਡ ਸ਼ੌਂਕਿਆ ਦੇ ਕੋਲ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਜ਼ਖਮੀ ਕਰ ਸੁੱਟ ਦਿੱਤਾ ਗਿਆ ਸੀਗਾ, ਜਿਸ ਦੇ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਉੱਤੇ ਪੁਲਿਸ ਨੇ ਪਹਿਲਾਂ ਹੱਤਿਆ ਦੀ ਕੋਸ਼ਿਸ਼ ਫਿਰ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਸੀ। ਵਿਅਕਤੀ ਦੀ ਪਹਿਚਾਣ ਮਹਿੰਦਰਪਾਲ ਦੇ ਰੂਪ ਵਿੱਚ ਹੋਈ ਸੀ। ਮੰਗਲਵਾਰ ਨੂੰ ਪੁਲਿਸ ਨੇ ਪਿੰਡ ਸ਼ੰਕਰ ਅੱਡਿਆਂ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੋਟਰਸਾਈਕਲ ਉੱਤੇ ਆ ਰਹੇ ਨੌਜਵਾਨਾਂ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਰੋਕ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਜਿਨ੍ਹਾਂ ਦੀ ਪਹਿਚਾਣ ਭੁਪਿੰਦਰ ਸਿੰਘ ਉਰਫ ਪਿੰਦਾ ਅਤੇ ਦੀਪਾ ਦੇ ਰੂਪ ਵਿੱਚ ਹੋਈ ਹੈ, ਜਿਨ੍ਹਾਂ ਤੋਂ ਜਦੋਂ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਤੋਂ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ, ਇੱਕ ਤਲਵਾਰ, ਇੱਕ ਲੋਹੇ ਦੀ ਰੋਡ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ। ਇਹ 16/7/19 ਦੀ ਗੱਲ ਹੈ ਕਿ ਭੁਪਿੰਦਰ ਸਿੰਘ ਮਹਿੰਦਰਪਾਲ ਨਾਮ ਦਾ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀਗਾ, ਜਿਹੜਾ ਕਿ ਟੋਟਲੀ ਬਲਾਈਂਡ ਕੇਸ ਸੀ, ਜਿਸ ਬਾਰੇ ਕੋਈ ਵੀ ਕਲੂ ਨਹੀਂ ਸੀ। ਅਸੀਂ ਇੱਕ ਸਪੈਸ਼ਲ ਟੀਮ ਲਾਈ ਹੋਈ ਸੀ ਉਸ ਕੇਸ ਨੂੰ ਟਰੇਸ ਕਰਨ ਲਈ, ਜਿਸ ਨੂੰ ਹੈਡ ਕਰ ਰਹੇ ਸੀ ਸਾਡੇ ਐਸਪੀਡੀ ਸਰਬਜੀਤ ਜੀ, ਡੀਐਸਪੀ ਨਵਨੀਤ ਬਾਲ ਤੇ ਐਸਐਚਓ ਸਦਰ ਨਕੋਦਰ ਸਿਕੰਦਰ ਸਿੰਘ। ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਟੈਕਨੀਕਲ ਇਹਨਾਂ ਨੇ ਹੈਲਪ ਲਈ ਤੇ ਕੁਝ ਸੋਰਸਸ ਤੋਂ ਵੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ, ਜਿਸ ਦੇ ਵਿੱਚ ਇਸ ਕਤਲ ਕੇਸ ਨੂੰ ਟਰੇਸ ਕਰਨ ਦੇ ਵਿੱਚ ਇਹਨਾਂ ਨੂੰ ਕਾਮਯਾਬੀ ਮਿਲੀ। ਉਹਦੇ ਵਿੱਚ 5 ਬੰਦੇ ਸੀਗੇ, ਜਿਹੜੇ ਭੁਪਿੰਦਰ ਸਿੰਘ, ਦੀਪਾ, ਮਨਦੀਪ ਤੇ 2 ਹੋਰ, ਜਿਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ। ਇਹ ਜਦੋਂ ਬਾਬਾ ਜਾ ਰਿਹਾ ਸੀਗਾ ਆਪਣੇ ਘਰ ਵੱਲ ਨੂੰ, ਇਹਨਾਂ ਨੇ ਰਾਸਤੇ ਦੇ ਵਿੱਚ ਉਹਨੂੰ ਮੋਟਰਸਾਈਕਲ ਮਾਰ ਕੇ ਸੁੱਟ ਲਿਆ ਤੇ ਉਸ ਤੋਂ ਬਾਅਦ ਉਸ 'ਤੇ ਕਿਰਪਾਨਾਂ ਡਾਂਗਾਂ ਨਾਲ ਹਮਲਾ ਕਰਕੇ ਉਹਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਸੀਗਾ। ਇਹ ਹੁਣ ਇਹਨਾਂ 5 ਦੇ ਵਿੱਚੋਂ 3 ਬੰਦੇ ਅਰੈਸਟ ਕਰ ਲਏ ਗਏ ਨੇ, 1 ਬੰਦਾ ਮਲੇਸ਼ੀਆ ਚਲੇ ਗਿਆ ਤੇ 5ਵਾਂ ਅਸੀਂ ਮੋਸਟ ਪ੍ਰੋਬਬਲੀ ਸ਼ਾਮ ਤੱਕ ਉਹਨੂੰ ਵੀ ਅਸੀਂ ਅਰੈਸਟ ਕਰ ਲਵਾਂਗੇ। ਜਿਹੜਾ ਬਾਹਰ ਗਿਆ ਉਸ ਦੇ ਖਿਲਾਫ ਵੀ ਅਸੀਂ LOC ਕੱਟ ਕੇ ਤੇ ਉਹਨੂੰ ਵੀ ਲਿਆਉਣ ਦੀ ਜਲਦੀ ਹੀ ਸ਼ੁਰੂਆਤ ਕਰ ਦਿਆਂਗੇ। ਤੇ ਇਹ ਕੇਸ ਇੱਕ ਬਲਾਈਂਡ ਮਰਡਰ, ਟੋਟਲੀ ਬਲਾਈਂਡ ਮਰਡਰ, ਜਿਸ ਦੇ ਵਿੱਚ ਕੋਈ ਵੀ ਕਲੂ ਨਹੀਂ ਸੀਗਾ,
ਜਲੰਧਰ ਰੂਰਲ ਪੁਲਿਸ ਨੇ ਬੜੀ ਹੀ ਮਿਹਨਤ ਨਾਲ ਇਸ ਨੂੰ ਟਰੇਸ ਕੀਤਾ ਤੇ ਟਰੇਸ ਕਰਕੇ ਜਿਹੜੇ ਦੋਸ਼ੀ ਹੈ ਉਹਨਾਂ ਸਾਰਿਆਂ ਨੂੰ ਹੀ ਬਿਹਾਈਂਡ ਬਾਰਸ ਭੇਜਣ ਲੱਗੇ। ਥੈਂਕ ਯੂ। ਨਹੀਂ, ਹਜੇ ਤੱਕ ਤੇ ਕੋਈ ਲੁੱਟ ਵਾਲੀ ਗੱਲ ਨਹੀਂ ਸਾਹਮਣੇ ਆਈ। ਜੋ ਰੀਜ਼ਨ ਨੂੰ ਇਹ ਸੀਗਾ ਕਿ ਇਹਦਾ ਜਿਹੜਾ ਮੇਨ ਲੜਕਾ ਸੀਗਾ ਭੁਪਿੰਦਰ, ਇਸ ਨੂੰ ਇਹ ਗੱਲ ਮਹਿਸੂਸ ਹੋਈ ਕਿ ਇਸ ਦੇ ਜਿਹੜੇ ਫਾਦਰ ਦੀ ਮੌਤ ਹੋਈ ਹੈ ਉਹ ਇਸ ਬਾਬੇ ਕਰਕੇ ਹੋਈ ਤੇ ਇਸ ਦੀ ਭੈਣ ਦਾ 3 ਵਾਰੀ ਰਿਸ਼ਤਾ ਵੀ ਟੁੱਟਿਆ। ਉਹ ਵੀ ਇਹਨੂੰ ਇਹ ਮਹਿਸੂਸ ਹੁੰਦਾ ਸੀ ਕਿ ਇਸ ਬਾਬੇ ਦੀਆਂ ਹਰਕਤਾਂ ਕਰਕੇ ਇਹਦੀ ਭੈਣ ਦਾ ਰਿਸ਼ਤੇ ਟੁੱਟੇ ਨੇ ਤੇ ਜਿਸ ਸੰਬੰਧ ਦੇ ਵਿੱਚ ਇਹਨੇ ਆਪਣੇ ਦੋਸਤਾਂ ਨਾਲ ਸਲਾਹ ਕੀਤੀ, 5 ਨਾਲ ਦੇ ਦੋਸਤ ਇਕੱਠੇ ਕੀਤੇ ਤੇ ਉਸ ਬਾਬੇ ਦਾ ਬਹੁਤ ਹੀ ਬੇਰਹਿਮੀ ਨਾਲ ਇਹਨਾਂ ਨੇ ਕਤਲ ਕਰ ਦਿੱਤਾ ਸੀ। ਕ੍ਰਿਮੀਨਲ ਰਿਕਾਰਡ ਇਹਨਾਂ ਦਾ ਨਹੀਂ, ਹਜੇ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ। ਯੰਗਸਟਰਸ ਨੇ, ਬਿਲਕੁਲ ਹੀ 22 23 ਸਾਲ ਦੇ ਲੜਕੇ ਨੇ ਤੇ ਵੈਸੇ ਵੀ ਬਹੁਤੇ ਪੜ੍ਹੇ ਲਿਖੇ ਨਹੀਂ ਗੇ ਤੇ ਇਹ ਗੱਲ ਸਾਹਮਣੇ ਹਜੇ ਤੱਕ ਇਹੀ ਆਈ ਹੈ ਕਿ ਇਹਨਾਂ ਨੇ ਸਾਰਿਆਂ ਨੇ ਹਮਸਾਜ਼ਿਸ਼ ਹੋ ਕੇ ਤੇ ਬੜੀ ਹੀ ਕ੍ਰੂਅਲਟੀ ਨਾਲ ਇਸ ਬਜ਼ੁਰਗ ਦਾ, ਜਿਸ ਦਾ ਨਾਮ ਮਹਿੰਦਰਪਾਲ ਸੀਗਾ, ਉਸ ਦਾ ਕਤਲ ਕੀਤਾ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਉਸ ਦੀਆਂ ਸੁਰਖੀਆਂ ਵੱਲ। ਪੰਜਾਬ 'ਚ ਕੁਝ ਲੋਕ ਨਹੀਂ ਕਰ ਰਹੇ ਫੇਸ ਮਾਸਕ ਦੀ ਵਰਤੋਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਤਾਈ ਨਿਰਾਸ਼ਾ। ਕਿਉਂ ਚਾਹੁੰਦੇ ਹਨ ਲੋਕ ਖਾਲਿਸਤਾਨ? ਖਹਿਰਾ ਨੇ ਦੱਸਿਆ ਕਾਰਨ। ਬਲਜਿੰਦਰ ਕੌਰ ਨੂੰ ਖਹਿਰਾ ਨੇ ਸੁਣਾਈਆਂ ਖਰੀਆਂ ਖਰੀਆਂ, ਕਿਹਾ ਪੰਜਾਬ ਸ਼ੁਰੂ ਤੋਂ ਚੱਲ ਰਿਹਾ ਹੈ ਵਿਤਕਰੇ ਦੀ ਮਾਰ। ਸ਼ਿਵ ਸੈਨਾ ਪੰਜਾਬ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਦੇ ਖਿਲਾਫ ਦਿੱਤਾ ਧਰਨਾ। ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਕੋਲ ਅੱਜ ਨੰਗਾ ਹੋ ਕੇ ਕੀਤਾ ਰੋਸ ਪ੍ਰਦਰਸ਼ਨ। ਕੁਵੈਤ 'ਚ ਫਸੇ ਵੱਡੀ ਗਿਣਤੀ 'ਚ ਭਾਰਤੀ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਕੋਲ ਲਗਾਈ ਗੁਹਾਰ। ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕੀਤੀ ਮੰਗ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। This show is sponsored by Ashoka Tandoori Range. Enjoy the Indian taste.